सतनाम। श्री वाहिगुरू साहिब जी। बाणी गुरु गुरु है बाणी, बिच बाणी अमृत सारे। गुरबाणी कहै सेवक जन मानै, परतख गुरु निस्तारे। आवो सिख सतगुरु की प्यारे हो, गावो सची बाणी। बाणी ता गावो गुरु की री बाणी, अवसर बाणी। जिनको नदर कर्म होवै, हृदय तिना समाणी। परम सत्कारयोग सतगुरां दी सजी नींबा जी। गुरु प्यारी गुरु सवारी गुरु दा खास रूप साध संजीओ आप। सरबत सिख संगत का बहुत बहुत धन्यवाद किया जाता है जी। जिया नूं आख्या जाता है, आओ रल मिल के सतगुरां दी पवित्र बाणी दी कथा विचार दी आरंभता करिए। अज दी इन्हां वचनां दे द्वारा सतगुरु अर्जन देव महाराज साहिब सानू की बख्शित करते हैं। गौड़ी मोहल्ला पंजवा। गुर का शब्द रिद अंतर धारै, पंच जनासों संग निवारै। 10 इंद्री कर राखै वास, तांकै आत्मा हुई प्रगास। सतगुरु अर्जन देव महाराज साहिब इस शब्द की शुरुआत इन्हां वचनां दे नाल करदे ने। जो इस शब्द दीयां रहाओ वालियां पंक्तियां ने, पासा कहंदी ऐसी दृढ़ता तांकै होई, जाको दया मया प्रभ सोई रहाओ। सतगुरु अर्जन देव महाराज इन्हां रहाओ वालियां पंक्तियां दे द्वारा बख्शित करदे ने। पातशाह कहंदी हे भाई, जिस मनुख दे उत्ते परमात्मा की दया हुंदी है, जिस मनुख उत्ते परमात्मा की मिहर हुंदी है, किरपा हुंदी है, उस मनुख दे हिरदे दे विच आत्म का बल पैदा हुंदा है। ਉਹਦੇ अंदर आत्मक बल पैदा हो जाता है। तो शब्द की शुरुआत सतगुरु अर्जन देव महाराज साहब करते हैं कि गुर का शब्द रिद अंतर धारै, पंच जनासों संगी निवारै। 10 इंद्री कर राखै वास, तांकै आत्मा हुई प्रगास। सतगुरु कहंदे ओ मनुख अपने हिरदे दे विच, ओ मनुख अपने हिरदे दे विच गुरु दा शब्द वसांदा है। पंजां बैरियां दे नाल अपना साथ हटा लैंदा है।
ਭਾਵ ਉਹ ਮਨੁੱਖ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ, ਉਹ ਪੰਜੇ ਵੈਰੀਆਂ ਨੂੰ ਆਪਣੇ ਸਾਥੀ ਨਹੀਂ ਬਣਾਉਂਦਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਦਸਾਂ ਹੀ ਇੰਦਰੀਆਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲੈਂਦਾ ਹੈ ਉਹ ਮਨੁੱਖ, ਤੇ ਉਸ ਦੇ ਆਤਮਾ ਦੇ ਵਿੱਚ ਸਤਿਗੁਰੂ ਕਹਿੰਦੇ ਚਾਨਣ ਹੋ ਜਾਂਦਾ ਹੈ। ਉਸ ਨੂੰ ਆਤਮਿਕ ਜੀਵਨ ਦੀ ਅਕਲ ਆ ਜਾਂਦੀ ਹੈ, ਸੂਝ ਪੈ ਜਾਂਦੀ ਹੈ ਉਸ ਮਨੁੱਖ ਨੂੰ ਜਿਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ, ਪਾਤਸ਼ਾਹ ਕਹਿੰਦੇ ਸਾਜਨ ਦੁਸ਼ਟ ਜਾ ਕੇ ਏਕ ਸਮਾਨੈ, ਜੇਤਾ ਬੋਲਣ ਤੇਤਾ ਗਿਆਨੈ, ਜੇਤਾ ਸੁਨਣਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਸਹਿਜ ਦੁਸ਼ਟ ਦਾ ਭਾਵ ਹੁੰਦਾ ਬੈਰੀ, ਦੁਸ਼ਮਣ। ਜੇਤਾ ਦਾ ਭਾਵ ਹੁੰਦਾ ਜਿਤਨਾ ਵੀ, ਤੇਤਾ ਦਾ ਭਾਵ ਹੁੰਦਾ ਉਤਨਾ ਹੀ, ਪੇਖਣ ਦਾ ਭਾਵ ਹੁੰਦਾ ਸਤਸੰਗ ਜੀ ਵੇਖਣਾ। ਸਤਿਗੁਰੂ ਕਹਿੰਦੀ ਹੈ ਭਾਈ, ਜਿਸ ਮਨੁੱਖ ਨੂੰ ਆਪਣੇ ਹਿਰਦੇ ਦੇ ਵਿੱਚ ਮਿੱਤਰ ਤੇ ਬੈਰੀ ਇੱਕੋ ਸਮਾਨ ਜਾਪਦਾ ਹੈ, ਜਿਸ ਮਨੁੱਖ ਨੂੰ ਆਪਣੇ ਹਿਰਦੇ ਦੇ ਵਿੱਚ ਮਿੱਤਰ ਦੁਸ਼ਮਣ ਇੱਕੋ ਜਿਹੇ ਜਾਪਦਾ ਹੈ, ਜਿਤਨਾ ਕੁਝ ਉਹ ਬੋਲਦਾ ਹੈ ਆਤਮਿਕ ਜੀਵਨ ਦੀ ਸੂਝ ਬਾਰੇ ਬੋਲਦਾ ਹੈ, ਜਿਤਨਾ ਕੁਝ ਸੁਣਦਾ ਹੈ ਪਰਮਾਤਮਾ ਦੀ ਸਿਫਤ ਸਲਾਹ ਹੀ ਸੁਣਦਾ ਹੈ, ਜਿਤਨਾ ਕੁਝ ਵੇਖਦਾ ਹੈ ਪਰਮਾਤਮਾ ਵਿੱਚ ਸੁਰਤ ਜੋੜਨ ਦਾ ਕਾਰਨ ਹੀ ਬਣਦਾ ਹੈ। ਜਿਹੜਾ ਮਨੁੱਖ ਆਪਣੇ ਹਿਰਦੇ ਦੇ ਵਿੱਚੋਂ ਨਫ਼ਰਤ ਪੈਦਾ ਜੋ ਹੁੰਦੀ ਹੈ ਉਹਨੂੰ ਦੂਰ ਕਰ ਲੈਂਦਾ ਹੈ, ਜਿਹੜਾ ਬੈਰੀ ਮਿੱਤਰ ਨੂੰ ਇੱਕ ਸਮਾਨ ਸਮਝਦਾ ਹੈ। ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਸੋਠ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤਸ਼ਾਹ ਕਹਿੰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੂ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸਤਿਗੁਰੂ ਕਹਿੰਦੀ ਹੈ ਭਾਈ, ਜਿਹੜਾ ਮਨੁੱਖ ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ। ਹੁਣ ਦੁੱਖ ਸੁੱਖ ਸਾਡੀ ਜ਼ਿੰਦਗੀ ਦੇ ਦੋ ਹਿੱਸੇ ਨੇ ਸਾਧ ਸੰਗਤ ਜੀ। ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਔਰ ਸੁੱਖ ਆਉਂਦੇ ਔਰ ਜਾਂਦੇ ਰਹਿੰਦੇ ਨੇ। ਜਿਹੜਾ ਇਹਨਾਂ ਮਨੁੱਖ ਇਹਨਾਂ ਦੁੱਖਾਂ ਤੋਂ ਸੁੱਖਾਂ ਤੋਂ ਘਬਰਾਉਂਦਾ ਨਹੀਂ, ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ ਜਿਹੜਾ ਮਨੁੱਖ, ਸੁਖ ਸਨੇਹੂ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸੁੱਖਾਂ ਦੇ ਨਾਲ ਮੋਹ ਨਹੀਂ, ਜਿਸ ਮਨੁੱਖ ਨੂੰ ਸੁੱਖ ਪ੍ਰਾਪਤ ਹੋ ਕੇ ਵੀ ਬਾਲਾ ਖੁਸ਼ ਵੀ ਨਹੀਂ ਹੋਇਆ ਤੇ ਕਿਸੇ ਕਿਸਮ ਦਾ ਡਰ ਵੀ ਨਹੀਂ, ਜਿਹੜਾ ਮਨੁੱਖ ਸੋਨੇ ਨੂੰ ਮਿੱਟੀ ਦੇ ਸਮਾਨ ਸਮਝਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੀ, ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਮਾਨਾ, ਹਰਿ ਸੁਗਤੀ ਰਹਿ ਨਿਆਰੋ, ਨਾਹੀ ਮਾਨ ਅਪਮਾਨ। हे ਭਾਈ, ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗਲੀ ਬੁਰਾਈ ਨਹੀਂ, ਕਿਸੇ ਦੀ ਖੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ, ਜਿਹੜਾ ਮਨੁੱਖ ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ, ਭਾਵੇਂ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਜਾਵੇ ਭਾਵੇਂ ਗਮੀ ਆ ਜਾਵੇ, ਇੱਕ ਸਮਾਨ ਰਹਿੰਦਾ ਹੈ, ਨਾ ਉਹਨੂੰ ਨਰਾਦਰੀ ਪੋ ਸਕਦੀ ਹੈ
ਤੇ ਨਾ ਉਹ ਮਨੁੱਖ ਆਦਰ ਪੋ ਸਕਦਾ ਹੈ। ਮਨੁੱਖ ਦੇ ਹਿਰਦੇ ਵਿੱਚ, ਉਸ ਮਨੁੱਖ ਦੇ ਹਿਰਦੇ ਦੇ ਵਿੱਚ ਨਾ ਫਿਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਜਿਹਨੂੰ ਸੋਨਾ ਤੇ ਮਿੱਟੀ ਇੱਕ ਸਮਾਨ ਹੈ, ਖੁਸ਼ੀ ਗਮੀ ਇੱਕ ਸਮਾਨ ਹੈ, ਆਦਰ ਨਰਾਦਰ ਇੱਕ ਸਮਾਨ ਹੈ। ਪਾਸ਼ਾ ਕਹਿੰਦੇ ਆਸਾ ਮਨਸਾ ਸਗਲ ਤਿਆਗੈ, ਜਗਤੀ ਰਹਿ ਨਿਰਾਸਾ, ਕਾਮ ਕ੍ਰੋਧ ਜੀ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਹੀ ਭਾਈ ਜਿਹੜਾ ਮਨੁੱਖ ਆਸਾਂ ਉਮੀਦਾਂ ਸਭ ਤਿਆਗ ਦਿੰਦਾ ਤੇ ਜਗ ਤੋਂ ਨਿਰਮੋਹ ਰਹਿੰਦਾ, ਜਿਸ ਮਨੁੱਖ ਨੂੰ ਨਾ ਕਾਮ ਵਾਸਨਾ ਸੋ ਸਕਦੀ ਹੈ, ਨਾ ਕ੍ਰੋਧ ਸੋ ਸਕਦਾ ਹੈ, ਐਸੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ। ਸਤਿ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਗੁਰ ਕਿਰਪਾ ਜੀ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਪਰ ਜਿਸ ਮਨੁੱਖ ਉੱਤੇ ਗੁਰੂ ਨੇ ਮਿਹਰ ਕੀਤੀ, ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਿਸ ਮਨੁੱਖ ਉੱਤੇ ਗੁਰੂ ਨੇ ਮਿਹਰ ਕੀਤੀ, ਉਸਨੇ ਹੀ ਜੀਵਨ ਦੀ ਇਹ ਜਾਚ ਸਮਝੀ ਹੈ, ਆਪਣੇ ਜਿਉਣ ਦਾ ਢੰਗ ਸਿੱਖ ਲਿਆ ਉਸ ਮਨੁੱਖ ਨੇ ਵੀ ਮੈਂ ਕਿੱਦਾਂ ਜਿਉਣਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਹੀ ਨਾਨਕ ਉਹ ਮਨੁੱਖ ਪਰਮਾਤਮਾ ਦੇ ਨਾਲ ਇਉਂ ਇੱਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਤੇ ਪਾਣੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁੱਖ ਇਹਨਾਂ ਦੁਨਿਆਵੀ ਵਸਤੂਆਂ ਤੋਂ ਨਿਰਮੋਹ ਹੋ ਜਾਂਦਾ ਹੈ, ਜਿਹਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਤੇ ਉਹ ਮਨੁੱਖ ਪਰਮਾਤਮਾ ਦੇ ਨਾਲ ਇਤਨਾ ਮੇਲ ਹੋ ਜਾਂਦਾ, ਉਸਦਾ ਇਤਨਾ ਅਭੇਦ ਹੋ ਜਾਂਦਾ ਜਿਵੇਂ ਪਾਣੀ ਦੇ ਨਾਲ ਪਾਣੀ ਮਿਲਾ ਦਈਏ ਤੇ ਵੱਖੋ ਵੱਖਰੇ ਨਹੀਂ ਕੀਤਾ ਜਾ ਸਕਦਾ, ਉਹਨਾਂ ਪਾਣੀਆਂ ਨੂੰ ਇੱਕਮਿਕ ਹੋ ਜਾਂਦੇ ਨੇ। ਤੇ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਆਪਣੇ ਹਿਰਦੇ ਦੇ ਵਿੱਚ ਮਿੱਤਰ ਤੇ ਬੈਰੀ ਨੂੰ ਇੱਕੋ ਜਿਹਾ ਸਮਾਨ ਸਮਝਦਾ, ਇੱਕ ਸਮਾਨ ਜਿਹੜਾ ਸਮਝਦਾ ਮਨੁੱਖ ਆ, ਉਹ ਜੋ ਕੁਝ ਵੀ ਬੋਲਦਾ ਆਤਮਿਕ ਜੀਵਨ ਦੀ ਸੂਝ ਬਾਰੇ ਬੋਲਦਾ, ਜਿਤਨਾ ਵੀ ਉਹ ਸੁਣਦਾ ਪਰਮਾਤਮਾ ਦੀ ਸਿਫਤ ਸਲਾਹ ਹੀ ਸੁਣਦਾ, ਜਿਤਨਾ ਕੁਝ ਵੇਖਦਾ ਪਰਮਾਤਮਾ ਦੇ ਵਿੱਚ ਸੁਰਤ ਜੋੜਨ ਦਾ ਕਾਰਨ ਹੀ ਬਣਦਾ ਹੈ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ੇ ਕਰਦੇ ਨੇ, ਪਾਤਸ਼ਾਹ ਕਹਿੰਦੇ ਸਹਿਜੇ ਜਾਗਨ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ, ਸਹਿਜ ਵਿਰਾਗ ਸਹਿਜੇ ਹੀ ਹਸਨਾ, ਸਹਿਜੇ ਚੋਪਾ ਸਹਿਜੇ ਹੀ ਜਪਨਾ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਉਹ ਮਨੁੱਖ ਚਾਹੇ ਜਾਗਦਾ ਹੋਵੇ ਫਿਰ ਜਿਹਤੇ ਗੁਰੂ ਦੀ ਕਿਰਪਾ ਹੁੰਦੀ ਹੈ, ਜਿਹੜਾ ਮਨੁੱਖ ਇੱਕ ਸਮਾਨ ਰਹਿੰਦਾ, ਉਹ ਮਨੁੱਖ ਚਾਹੇ ਜਾਗਦਾ ਹੋਵੇ ਚਾਹੇ ਸੁੱਤਾ ਹੋਵੇ, ਉਹ ਸਦਾ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ, ਆਨੰਦ ਦੇ ਵਿੱਚ ਉਹ ਮਨੁੱਖ ਟਿਕਿਆ ਰਹਿੰਦਾ ਹੈ। ਪਰਮਾਤਮਾ ਦੀ ਰਜ਼ਾ ਦੇ ਵਿੱਚ ਜੋ ਕੁਝ ਹੁੰਦਾ ਹੈ ਉਸ ਨੂੰ ਉਹ ਠੀਕ ਮੰਨਦਾ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰਧਾਰਾ ਦੇ ਨਾਲ ਜੁੜ ਜਾਂਦਾ ਹੈ। ਹੁਣ ਸਾਡੀ ਹਾਲਤ ਇਹ ਹੈ ਗੁਰਮੁਖੋ, ਅਸੀਂ ਸੁੱਖਾਂ ਵੇਲੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਸਾਡੀ ਹਾਲਤ ਇਹ ਹੈ, ਜਦੋਂ ਸਾਡੇ ਤੇ ਦੁੱਖਾਂ ਦਾ ਸਮਾਂ ਆ ਜਾਂਦਾ ਹੈ ਤੇ ਅਸੀਂ ਪਰਮਾਤਮਾ ਨੂੰ ਉਸੇ ਵੇਲੇ ਯਾਦ ਕਰਦੇ ਹਾਂ। ਜੇ ਅਸੀਂ ਦੋਨੇ ਵੇਲੇ ਯਾਦ ਰੱਖੀਏ, ਸੁੱਖਾਂ ਵੇਲੇ ਵੀ ਪਰਮਾਤਮਾ ਨੂੰ ਯਾਦ ਰੱਖੀਏ, ਸੁੱਖ ਵੀ ਪਰਮਾਤਮਾ ਨੇ ਦਿੱਤੇ ਨੇ ਨਾ। ਜੇ ਦੁੱਖਾਂ ਦੀ ਘੜੀ ਆ ਗਈ ਉਸ ਵੇਲੇ ਵੀ ਘਬਰਾਉਣਾ ਨਹੀਂ ਚਾਹੀਦਾ, ਉਹਨੂੰ ਪਰਮਾਤਮਾ ਦੀ ਰਜ਼ਾ ਮੰਨ ਕੇ ਆਪਣੇ ਸਰੀਰ ਤੇ ਹੰਡਾਉਣਾ ਚਾਹੀਦਾ ਹੈ। ਦੁੱਖ ਵੀ ਪਰਮਾਤਮਾ ਨੇ ਦਿੱਤੇ ਨੇ, ਦੁੱਖ ਸੁੱਖ ਦੋਈ ਦਰ ਕੱਪੜੇ ਪਹਿਰੇ ਜਾਈ ਮਨੁੱਖਾ। ਤੇ ਪਰਮਾਤਮਾ ਦੀ ਪਰਮੇਸ਼ਰ ਦੀ ਰਜ਼ਾ ਨੂੰ ਸਿਰ ਮੱਥੇ ਮੰਨਣਾ ਚਾਹੀਦਾ। ਜੋ ਉਹਦੀ ਰਜ਼ਾ ਪਰਮਾਤਮਾ ਦੀ
ਹੁੰਦਾ ਤਾਂ ਉਹੀ ਕੁਝ ਹੈ ਗੁਰਮੁਖੋ ਜਿਹੜਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋਣਾ ਹੁੰਦਾ ਹੈ। ਸਾਡੇ ਰੋਣ ਦੇ ਨਾਲ ਦੁੱਖ ਦੂਰ ਨਹੀਂ ਹੋਣੇ। ਜੇ ਅਸੀਂ ਰੋਈ ਜਾਈਏ, ਦੁੱਖਾਂ ਤੋਂ ਘਬਰਾਏ ਜਾਈਏ, ਇਹਨਾਂ ਸਮਿਆਂ ਦੇ ਇਹਨਾਂ ਗੱਲਾਂ ਦੇ ਨਾਲ ਕਦੇ ਵੀ ਮਨੁੱਖ ਦੀ ਜ਼ਿੰਦਗੀ ਤੋਂ ਵਿੱਚੋਂ ਦੁੱਖ ਨਹੀਂ ਦੂਰ ਕਰ ਸਕਦਾ। ਜੇ ਦੁੱਖਾਂ ਦਾ ਸਮਾਂ ਤੁਹਾਡੇ ਸਰੀਰ ਤੇ ਚੱਲ ਰਿਹਾ ਹੈ ਤੇ ਉਤਨਾ ਚਿਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੋ। ਬਾਣੀ ਦੇ ਨਾਲ ਜੁੜ ਜਾਓ, ਉਨਾ ਚਿਰ ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜ ਜਾਓ। ਉਹ ਮਨੁੱਖ ਚਾਹੇ ਫਿਰ ਜਾਗਦਾ ਹੋਵੇ ਚਾਹੇ ਸੁੱਤਾ ਹੋਵੇ, ਉਹ ਸਦਾ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ। ਪਰਮਾਤਮਾ ਦੀ ਰਜ਼ਾ ਵਿੱਚ ਜੋ ਕੁਝ ਹੁੰਦਾ ਹੈ ਉਸ ਨੂੰ ਠੀਕ ਮੰਨਦਾ ਹੈ ਤੇ ਆਤਮਿਕ ਅਡੋਲਤਾ ਦੇ ਵਿੱਚ ਲੀਨ ਰਹਿੰਦਾ ਹੈ। ਕੋਈ ਗਮੀ ਦੀ ਘਟਨਾ ਹੋ ਜਾਵੇ, ਕੋਈ ਦੁੱਖ ਦਾ ਸਮਾਂ ਆ ਜਾਵੇ, ਚਾਹੇ ਖੁਸ਼ੀ ਦੇ ਕਾਰਨ ਬਣੇ, ਤੇ ਉਹ ਮਨੁੱਖ ਆਤਮਿਕ ਅਡੋਲਤਾ ਦੇ ਵਿੱਚ ਰਹਿੰਦਾ ਹੈ। ਜੇ ਉਹ ਚੁੱਪ ਵੀ ਬੈਠਾ ਹੈ ਤਾਂ ਵੀ ਅਡੋਲਤਾ ਦੇ ਵਿੱਚ ਹੈ। ਜੇ ਉਹ ਬੋਲ ਵੀ ਰਿਹਾ ਮਨੁੱਖ ਤਾਂ ਵੀ ਅਡੋਲਤਾ ਦੇ ਵਿੱਚ ਹੈ, ਜਿਹੜਾ ਪਰਮਾਤਮਾ ਦੀ ਰਜ਼ਾ ਨੂੰ ਸਿਰ ਮੱਥੇ ਮੰਨਦਾ ਹੈ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਸਹਜੇ ਭੋਜਨ ਸਹਜੇ ਭਾਉ, ਸਹਜੇ ਮਿਟਿਓ ਸਗਲ ਦੁਰਾਉ, ਸਹਜੇ ਹੋਆ ਸਾਧੂ ਸੰਗ, ਸਹਜ ਮਿਲਿਓ ਪਾਰ ਬ੍ਰਹਮ ਨਿਸੰਗ। ਸਤਿਗੁਰੂ ਕਹਿੰਦੇ ਆਤਮਿਕ ਅਡੋਲਤਾ ਵਿੱਚ ਟਿਕਿਆ ਹੋਇਆ ਉਹ ਖਾਣ ਪੀਣ ਦਾ ਵਿਹਾਰ ਕਰਦਾ ਹੈ। ਉਹ ਮਨੁੱਖ ਜਿਹੜਾ ਆਤਮਿਕ ਅਡੋਲਤਾ ਦੇ ਵਿੱਚ ਟਿਕ ਜਾਂਦਾ ਹੈ ਤੇ ਆਤਮਿਕ ਅਡੋਲਤਾ ਦੇ ਵਿੱਚ ਹੀ ਉਹ ਦੂਸਰਿਆਂ ਦੇ ਨਾਲ ਪਿਆਰ ਦਾ ਸਲੂਕ ਕਰਦਾ ਹੈ। ਆਤਮਿਕ ਅਡੋਲਤਾ ਦੇ ਵਿੱਚ ਹੀ ਟਿਕੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਸਾਰਾ ਕਪਟ ਭਾਵ ਮਿਟ ਜਾਂਦਾ ਹੈ। ਆਤਮਿਕ ਅਡੋਲਤਾ ਦੇ ਵਿੱਚ ਹੀ ਉਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਤੇ ਪ੍ਰਤੱਖ ਤੌਰ ਤੇ ਉਸ ਮਨੁੱਖ ਨੂੰ ਪਰਮਾਤਮਾ ਮਿਲ ਪੈਂਦਾ ਹੈ। ਪਰਮਾਤਮਾ ਦਾ ਉਹ ਰੂਪ ਹੋ ਜਾਂਦਾ ਹੈ ਉਹ ਮਨੁੱਖ। ਪਾਸਾ ਕਹਿੰਦੀ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਿਧਾ ਤਨ ਕੀ ਨਾਸੀ, ਜਾ ਕੈ ਸਹਿਜ ਮਨ ਭਇਆ ਆਨੰਦਾ, ਤਾਂ ਕੋ ਭੇਟਿਆ ਪਰਮਾਨੰਦ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਜੇ ਉਹ ਘਰ ਦੇ ਵਿੱਚ ਵੀ ਹੈ ਜਿਹੜਾ ਪਰਮਾਤਮਾ ਦੀ ਰਜ਼ਾ ਨੂੰ ਮੰਨਦਾ ਹੈ, ਜੇ ਉਹ ਘਰ ਦੇ ਵਿੱਚ ਵੀ ਹੈ ਤਾਂ ਵੀ ਆਤਮਿਕ ਅਡੋਲਤਾ ਦੇ ਵਿੱਚ ਹੈ ਉਹ ਮਨੁੱਖ। ਜੇ ਉਹ ਦੁਨੀਆ ਤੋਂ ਉਪਰਾਮ ਫਿਰਦਾ ਹੈ ਤਾਂ ਵੀ ਆਤਮਿਕ ਅਡੋਲਤਾ ਵਿੱਚ ਟਿਕੇ ਰਹਿਣ ਕਰਕੇ ਉਸ ਦੇ ਹਿਰਦੇ ਦੇ ਵਿੱਚ ਉਹਦੇ ਹਿਰਦੇ ਦੇ ਵਿੱਚੋਂ ਤੇਰ ਮੇਰ ਦੂਰ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਹੈ ਭਾਈ ਆਤਮਿਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਨਾ, ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਤੇ ਸਭ ਤੋਂ ਉੱਚੇ ਆਤਮਿਕ ਆਨੰਦ ਦਾ ਮਾਲਕ ਹੈ ਜਿਹੜਾ ਪਰਮਾਤਮਾ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੈ ਦਾਨ, ਸਹਿਜ ਕਥਾ ਮੈਂ ਆਤਮ ਰਸਿਆ, ਤਾਂ ਕੈ ਸੰਗ ਅਬਨਾਸੀ ਵਸਿਆ। ਉਹ ਮਨੁੱਖ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਨਾਮ ਅੰਮ੍ਰਿਤ ਪੀਂਦਾ ਰਹਿੰਦਾ ਹੈ ਜਿਹੜਾ ਗੁਰੂ ਦੀ ਰਜ਼ਾ ਨੂੰ ਮੰਨਦਾ ਹੈ। ਇਸ ਆਤਮਿਕ ਅਡੋਲਤਾ ਦੀ ਵਰਕ ਦੇ ਨਾਲ ਉਹ ਹੋਰਨਾਂ ਮਨੁੱਖਾਂ ਨੂੰ ਵੀ ਆਤਮਿਕ ਅਡੋਲਤਾ ਦੀ ਦਾਤ ਦਿੰਦਾ ਹੈ, ਹੋਰਾਂ ਨੂੰ ਵੀ ਆਤਮਿਕ ਅਡੋਲਤ ਵਿੱਚ ਜੁੜਨ ਦਾ ਉਹ ਉਪਦੇਸ਼ ਬਖਸ਼ਦਾ ਹੈ। ਤੇ ਆਤਮਿਕ ਅਡੋਲਤਾ ਪੈਦਾ ਕਰਨ ਵਾਲੀ
परमेश्वर की सिफ सलाह दीयां गल्लां उसकी जिंदा रसी मिसी रहिंदी आ उन्हां दे नाल ते उसदे हिरदे विच अविनाशी परमात्मा परमेश्वर आ वसदा है। अगे सतगुरु अर्जन देव महाराज फिर बख्शिश करते ने। पासा कहती सहजे आसन अस्त्र भाया, सहजे अनहद शब्द बुझाया, सहजे रुण झुणकार सुहाया, तांकै घर पार ब्रह्म समाया। सतगुरु अर्जन देव महाराज इन्हां वचनां दे नाल बख्शिश करते हैं कि आत्मक डोलता दे विच उसका सदा टिकमा टिकाणा बनिया रहिंदा है, जिते परमात्मा परमेश्वर की मेहर हुंदी है। आत्मक डोलता दे विच उसका सदा टिकमा टिकाणा बनिया रहिंदा है, उसनूं वो टिकाणा चंगा लगदा है। आत्मक डोलता दे विच टिक के वो अपने अंदर एक रस सिफसला दी बाणी प्रबल करी रखता है कि आत्मक डोलता के कारण ही उस मनुख के अंदर आत्मक की एक रस रोह सुहावनी बनी रहिंदी है। सतगुरु कहते हे भाई उसके हिरदे विच परमात्मा फिर सदा ही प्रगट रहिंदा है। जिहड़ा मनुख गुरु की रजा के अनुसार अपना जीवन बसर करता है। अगे सतगुरु अर्जन देव महाराज फिर बख्शिश करते हैं। पातशाह कहते सहजे जाको परयो कर्मा, सहजे गुर भेट्यो सच धर्मा, जाकै सहज भया सो जानै, नानक दास तांकै कुर्बान। इस शब्द दियां लास्ट पंक्तियों के विच सतगुरु अर्जन देव महाराज साहिब बख्शिश करते हैं। सतगुरु कहते हे भाई जिस मनुख के उत्ते परमात्मा की कृपा होंदी है उही गुरु की रजा नूं मनदा है ना। जिते परमात्मा की कृपा होंदी है वह परमात्मा की रजा नूं मनदा हुंदा है। जिस मनुख ते परमात्मा की कृपा होंदी है वह आत्मक डोलता दे विच टिकदा है, उसनूं गुरु मिलदा है। सतगुर नाम दे सिमरन नूं वो अपना धर्म बना लैंदा है भी मेरा फर्ज है परमात्मा की बंदगी करना। पर यह सहज अवस्था सतगुरु अर्जन देव महाराज कहते बयान नहीं की जा सकती। जिते परमात्मा की कृपा होंदी है, जिहड़ा नाम बाणी दे विच जिहड़ा मनुख जुड़दा है उहदी अवस्था नूं बयान नहीं किया जा सकता। जिस मनुख के अंदर ये आत्मक डोलता पैदा होंदी है उही मनुख उसनूं समझ सकता है। दास नानक उस बड़भागी मनुख तो कुर्बान जांदा है, जिहड़ा परमात्मा की कृपा के नाल परमात्मा की बंदगी भी जुड़दा है, जिहड़ा परमात्मा की रजा नूं समझदा है। ये सन बचन सतगुरु अर्जन देव महाराज साहिब जी दे।